ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੇ ਜਾਲ ਤੋਂ ਸਾਡੇ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਇਆ ਹੈ। ਪਰ ਇਸ ਦੇ ਨਾਲ ਹੀ ਉਹਨਾਂ ਨੇ ਇਸ ਗੱਲ ਉੱਪਰ ਚਿੰਤਾ ਵੀ ਪ੍ਰਗਟਾਈ ਕਿ ਅੱਜ ਦਾ ਨੌਜਵਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਭੁੱਲਦਾ ਜਾ ਰਿਹਾ ਹੈ। ਅੱਜ ਸਾਨੂੰ ਜ਼ਰੂਰਤ ਹੈ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ ਲਈ ਕੁਰਬਾਨ ਹੋਣ ਵਾਲੇ ਯੋਧਿਆਂ ਦੀ ਜੀਵਨੀ ਅਤੇ ਉਹਨਾਂ ਵੱਲੋਂ ਕੀਤੇ ਕਾਰਜਾਂ ਬਾਰੇ ਨਾ ਸਿਰਫ ਚਾਨਣਾ ਹੀ ਪਾਈਏ ਬਲਕਿ ਉਹਨਾਂ ਦੇ ਵਿਚਾਰਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਈਏ। ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨਾਰਥ ਅਮਰੀਕਾ ਸੈਕਰਾਮੈਂਟੋ ਵੱਲੋਂ ਸ਼ਹੀਦ ਊਧਮ ਸਿੰਘ ਦੇ 83ਵੇਂ ਬਲੀਦਾਨ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਕਨਵੈਨਸ਼ਨ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤੀ, ਜਦਕਿ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਭਾਰਤ ਦੇ ਅੱਜ ਇਹ ਤਿਰੰਗਾ ਝੰਡਾ ਝੂਲ ਰਿਹਾ ਹੈ ਤਾਂ ਮੈਂ ਬਿਨਾਂ ਝਿਜਕ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਤਿਰੰਗਾ ਝੰਡਾ ਇਹਨਾਂ ਗਦਰੀ ਬਾਬਿਆਂ ਦੀ ਸੋਚ ਕਰਕੇ ਝੂਲਦਾ। ਕਿਉਂਕਿ ਮਨੁੱਖ ਦਾ ਜਿਹੜਾ ਸਰੀਰ ਹੈ ਉਹਦੇ ਕੰਮ ਕਰਨ ਦਾ ਇੱਕ ਦਾਇਰਾ ਹੈ, ਉਹਦੀ ਸਮਰੱਥਾ ਹੈ, ਪਰ ਮਨੁੱਖ ਦੀ ਜਿਹੜੀ ਸੋਚ ਹੈ ਉਹ ਸੋਚ ਦੁਨੀਆ ਦੇ ਅੰਦਰ ਬਹੁਤ ਵੱਡੀਆਂ ਤਬਦੀਲੀਆਂ ਲਿਆਉਂਦੀਆਂ। ਸੋ ਇਹ ਜਿਹੜੀ ਸਭ ਤੋਂ ਵੱਡੀ ਸਾਡੀ ਇੱਥੇ ਬਾਬਿਆਂ ਦੀ ਸੋਚ ਸੀ, ਇਹਨਾਂ ਨੇ ਇੱਥੋਂ ਸੰਘਰਸ਼ ਸ਼ੁਰੂ ਕੀਤਾ, ਉਹ ਸੋਚ ਨਾਲ ਸੋਚ ਨੂੰ ਜੋੜਿਆ ਜਿਹੜੀ ਸੋਚ ਸਾਨੂੰ ਸਾਡੇ ਗੁਰੂ ਸਾਹਿਬਾਨ ਦੇ ਕੇ ਗਏ ਸੀ। और साथियों मैं इन्ना जरूर कहना चाहता है कि साढ़े जिन्ने भी साढ़े शहीद ने उन्हों दी शहीदियां सदका अज मेरे वर्गे जां साढ़े MLA साहब बैठे ने, मेरे वर्गे डॉक्टर ने, और तुसीं अज विदेशों के विचों अपना नाम कमा रहे हो, जां साढ़े देश नूं अज आज़ादी मिली है। जेकर साढ़े शहीद ना होंदे तो साथियों अज भी असीं गुलामी दी जंजीरां दे विच जकड़े हुंदे। और मैनू अज भी वो 17 याद आउंदियां ने, सरफरोशी की तमन्ना अब हमारे दिल में है, देखना है जोर कितना बाजुए का दिल में है, यूं खड़ा मौकतल में कातिल, मौकतल होता जिथे फांसी दी जाती है, यूं खड़ा मौकतल में कातिल कह रहा है बार बार की तमन्ना ये शहादत और किसी के दिल में है कि होर भी कोई शहीदी दे सकता। ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ, ਸੈਕਰਾਮੈਂਟੋ ਦੇ ਡਿਸਟ੍ਰਿਕਟ ਅਟਾਰਨੀ ਥੀਨ ਹੋ, CSD ਦੇ ਡਾਇਰੈਕਟਰ ਰੌਡ ਬਰਿਊਰ ਅਤੇ ਫੋਲਸਮ ਸਿਟੀ ਦੇ ਕੌਂਸਲ ਮੈਂਬਰ YK ਚੇਲਮ ਚੇਰਲਾ ਨੇ ਆਪਣੀ ਹਾਜ਼ਰੀ ਭਰੀ। ਵੀਰ ਜੀ ਨੇ ਪਹਿਲਾਂ ਕਿਹਾ ਸੀਗਾ ਕਿ ਜਦੋਂ ਉਹ ਜੇਲ੍ਹ ਦੇ ਵਿੱਚ ਸੀਗੇ ਉਹਨਾਂ ਨੇ ਆਪਣਾ ਹੀ ਗੇਵ ਹਿਮਸੈਲਫ ਅ ਨਿਊ ਨੇਮ, ਤੁਸੀਂ ਇੱਕ ਨਾਮ ਭੁੱਲ ਗਏ, ਰਾਮ ਮੁਹੰਮਦ ਸਿੰਘ ਆਜ਼ਾਦ। ਜਿਹੜੇ ਤਿੰਨ ਸਾਡੇ ਫੇਥਸ ਹੈਗੇ ਆ ਇੰਡੀਆ ਦੇ ਵਿੱਚ, ਉਹਨਾਂ ਦੀ ਸੋਚ ਸੀਗੀ ਯੂਨਿਟੀ ਦੀ। ਇਹ ਵੀ ਸੋਚ ਲਓ ਕਿ ਅਸੀਂ ਇੱਕ ਬੰਦੇ ਕੀ ਕਰ ਸਕਦੇ ਹੈਗੇ ਆ। one person can make a big difference। ਇੱਥੇ ਤੁਸੀਂ ਸਾਰੇ ਜਾਣੇ ਜੋ ਉਹਨਾਂ ਦੀ ਕੁਰਬਾਨੀਆਂ ਸੀਗੀਆਂ, ਉਹਨਾਂ ਦੇ ਸੈਕਰੀਫਾਈਸ ਹੈਗੇ ਆ, ਕੀ ਸਿੱਖਿਆ ਅਸੀਂ ਸਿੱਖੀ ਹੈਗੀ ਆ। ਸਾਨੂੰ ਯੂਨਿਟੀ ਦਿਖਾਉਣੀ ਚਾਹੀਦੀ ਆ ਹਮੇਸ਼ਾ। ਉਹਨਾਂ ਦੀ ਸੈਕਰੀਫਾਈਸ ਇੰਡੀਆ ਲਈ, ਲੇਕਿਨ ਸਾਡੇ ਆਪਣੇ ਸਿੱਖ ਕੌਮ ਲਈ ਵੀ ਸੀਗੀ, ਲੇਕਿਨ ਹਜੇ ਵੀ ਸਾਡੀ ਸਿੱਖ ਕੌਮ ਯੂਨਿਟੀ ਨਹੀਂ ਦਿਖਾਉਂਦੀ। ਹਰ ਰਸਤੇ ਦੇ ਵਿੱਚ ਸਾਨੂੰ ਹਮੇਸ਼ਾ ਆਪਣੀ ਕੌਮ ਨੂੰ ਇੱਕ ਕਰਕੇ ਆਪਣੀ ਸੋਲੀਡੈਰਿਟੀ ਦਿਖਾਉਣੀ ਚਾਹੀਦੀ ਆ। ਹਮੇਸ਼ਾ ਅਸੀਂ ਇੱਦਾਂ ਸਕਸੈਸਫੁਲ ਹੋਣਗੇ, ਲੇਕਿਨ ਅਸੀਂ ਇੱਦਾਂ ਆਪਣੇ ਗਦਰੀ ਬਾਬਾ ਨੂੰ ਅਸੀਂ ਆਨਰ ਇੱਦਾਂ ਕਰਦੇ ਹਾਂ ਸਿੱਖ ਯੂਨਿਟੀ ਦੇ ਨਾਲ। As someone who was persecuted and whose family was persecuted by the government, I understand and appreciate people's desire and need for freedom, their right to be free, their right to speak what is in our heart and our mind, the right to worship, the right to determine our future. And we must always stand together against hate, stand together against injustice, and that's what we shall do. Thank you so much for the organizers of this event, for the foundation, for Jatinder,
for Galinda Gill and for so many of you to invite me here today. Thank you. ਇਸ ਤੋਂ ਇਲਾਵਾ ਬਹੁਤ ਸਾਰੇ ਬੁੱਧੀਜੀਵੀ ਲੇਖਕ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਸਮਾਗਮ ਤੋਂ ਪਹਿਲਾਂ ਫਾਊਂਡੇਸ਼ਨ ਦੇ ਅਹੁਦੇਦਾਰ ਅਤੇ ਮੁੱਖ ਮਹਿਮਾਨ ਗੁਰਦੇਵ ਸਿੰਘ ਸੇਖੋ ਗਦਰੀ ਬਾਬੇ ਮੌਲਵੀ ਮੁਹੰਮਦ ਬਰਕਤੁੱਲਾ ਦੀ ਮਜ਼ਾਰ ਤੇ ਗਏ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਕਨਵੈਨਸ਼ਨ ਦਾ ਉਦਘਾਟਨ ਡਾਕਟਰ ਗੁਰਦੇਵ ਖੁਸ਼ ਨੇ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਸਾਂਝੇ ਕੀਤੇ, ਉੱਥੇ ਕੈਲੀਫੋਰਨੀਆ ਦੀ ਧਰਤੀ ਤੇ ਆਏ ਗਦਰੀ ਬਾਬਿਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਮੇਰੇ ਬੋਲਣ ਦਾ ਇੱਥੇ ਮਕਸਦ ਇਹ ਹੈ ਕਿ ਅਸੀਂ ਉਹਨਾਂ ਦੀਆਂ ਵੈਲਿਊਜ਼ ਨੂੰ ਕਿੰਨਾ ਕੁ ਆਪਣੀ ਲਾਈਫ ਵਿੱਚ ਆਪਣੀ ਯੂਥ ਲਈ ਅਸੀਂ ਉਹਨਾਂ ਨੂੰ ਯੂਥ ਨੂੰ ਸਿਖਾਉਣੇ ਆ। ਅੱਜ ਮੈਂ ਦੇਖ ਰਹੀ ਹਾਂ ਕਿ ਅੱਧ-ਖੜ ਉਮਰ, ਅੱਧ-ਖੜ ਤੋਂ ਉੱਪਰ ਉਮਰ ਜਾਂ ਬਿਲਕੁਲ ਹੀ ਬੱਚੇ ਉਮਰ ਦੀ ਇੱਥੇ ਸ਼ਿਰਕਤ ਹੈ। ਕਿਉਂ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੀਆਂ ਸਾਰੀਆਂ ਵਾਈਫਸ ਨੂੰ ਇੱਥੇ ਅੱਜ ਲੈ ਕੇ ਪਹੁੰਚੇ। ਇਹ ਸਾਡੀ ਸੁਸਾਇਟੀ ਦੀ ਇੱਕ ਕਮੀ ਹੈ ਕਿ ਅਸੀਂ ਇਹੋ ਜਿਹੇ ਪ੍ਰੋਗਰਾਮ 'ਤੇ ਘੱਟ ਸ਼ਿਰਕਤ ਕਰਦੇ ਹਾਂ। ਹੁਣ ਮੈਂ ਗੱਲ ਕਰਦੀ ਹਾਂ ਸ਼ਹੀਦ ਊਧਮ ਸਿੰਘ ਦੀ ਸਿੱਖਿਆ ਦੀ, ਡਿਟਰਮੀਨੇਸ਼ਨ, ਲੋਇਲਟੀ, ਕਮਿਟਮੈਂਟ, ਉਹਨਾਂ ਦੀ ਜਿਹੜੀ ਭਾਵਨਾ ਸੀ ਆਪਦੇ ਦੇਸ਼ ਪ੍ਰਤੀ, ਆਪਦੀ ਜੋ ਵੀ ਹੋਇਆ ਜਲਿਆਂਵਾਲੇ ਬਾਗ ਦੇ ਵਿੱਚ ਉਹਨਾਂ ਨੇ ਸਿਰੜ ਦੇ ਨਾਲ ਉਸ ਸਿਰੇ ਚਾੜਿਆ। ਕੀ ਸਾਡੇ ਵਿੱਚ ਸਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਸਾਡੇ ਵਿੱਚ ਉਹ ਹੈ? ਕੀ ਅਸੀਂ ਇਹ ਚੀਜ਼ਾਂ ਆਪਣੇ ਬੱਚਿਆਂ ਵਿੱਚ ਪਾ ਰਹੇ ਹਾਂ? ਕੀ ਅਸੀਂ ਉਹਨਾਂ ਨੂੰ ਸਿੱਖਿਆ ਦੇ ਰਹੇ ਹਾਂ? ਅੱਜ ਕੱਲ੍ਹ ਗੱਲ ਹੁੰਦੀ ਹੈ ਜੀ ਸਿੰਗਰਸ ਦੀ, ਕਿ ਸਿੰਗਰਸ ਨੂੰ ਕਿੰਨੇ ਫੋਲੋਅਰਸ ਨੇ, ਕਿੰਨੇ ਉਹਨਾਂ ਦੇ ਲਾਈਕਸ ਨੇ, ਕਿੰਨੇ ਅਸੀਂ ਸਿੰਗਰਸ ਨੂੰ ਆਈਡਲ ਮੰਨ ਕੇ ਚੱਲ ਰਹੇ ਹਾਂ। ਅਸੀਂ ਕਿਉਂ ਨਹੀਂ ਜਿਹੜੇ ਸਾਡੇ ਸ਼ਹੀਦ ਨੇ, ਜਿਹੜੇ ਸਾਡੇ ਲਈ ਪੈੜਾਂ ਪਾ ਗਏ ਨੇ, ਜਿਹੜੇ ਸਾਨੂੰ ਇੱਕ ਸਿੱਖਿਆ ਦੇ ਕੇ ਗਏ ਨੇ ਕਿ ਸਿਰੜ ਦੇ ਨਾਲ, ਲੋਇਲਟੀ ਦੇ ਨਾਲ, ਕਮਿਟਮੈਂਟ ਦੇ ਨਾਲ ਅਸੀਂ ਬਹੁਤ ਕੁਝ ਅਚੀਵ ਕਰ ਸਕਦੇ ਹਾਂ, ਪਰ ਅਸੀਂ ਲੈਕ ਕਰ ਰਹੇ ਉਹਨਾਂ ਚੀਜ਼ਾਂ 'ਚ, ਬਾਹਰਲੀਆਂ ਕੰਟਰੀਆਂ 'ਚ ਬਹਿ ਕੇ ਵੀ। ਹੁਣ ਇੱਕ ਗੱਲ ਜੇ ਆਪਾਂ ਧਿਆਨ ਨਾਲ ਸੋਚੀਏ, NRIs ਨੂੰ ਪੰਜਾਬ ਦਾ ਬਹੁਤ ਦਰਦ ਹੈ। ਮੇਰੀਆਂ ਕੁਝ ਗੱਲਾਂ ਕੌੜੀਆਂ ਲੱਗਣਗੀਆਂ ਪਰ ਇਹ ਕੌੜੀ ਸੱਚਾਈ ਹੈ। ਸਾਨੂੰ ਬਹੁਤ ਦਰਦ ਹੈ ਆਪਣੇ ਪੰਜਾਬ ਨਾਲ, ਜਿਹਨੂੰ ਅਸੀਂ ਛੱਡ ਚੁੱਕੇ ਹਾਂ। ਪੰਜਾਬ ਦੀ ਸਰਕਾਰ ਨੂੰ ਆਪਾਂ ਸਮੇਂ-ਸਮੇਂ 'ਤੇ ਅਪੀਲ ਕਰਦੇ ਹਾਂ ਕਿ ਤੁਸੀਂ ਕੁਛ ਕਰੋ। ਕੌਣ ਸਾਡੀ ਉੱਥੇ ਵਿਰਸਾ ਸੰਭਾਲੂਗਾ? ਕੌਣ ਵਿਰਸਾ ਸੰਭਾਲ ਰਿਹਾ ਇਸ ਵੇਲੇ? ਸਾਡੀ ਯੂਥ ਸਾਰੀ ਪੰਜਾਬ ਨੂੰ ਛੱਡ ਕੇ ਬਾਹਰ ਆਉਣ ਨੂੰ ਤਿਆਰ ਹੈ। ਅਸੀਂ ਇੱਥੇ ਬੈਠੇ ਡਿਮਾਂਡਸ ਕਰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਉਸ ਅੱਗ 'ਚ ਭੇਜਾਂਗੇ, ਉੱਥੇ ਭੇਜਾਂਗੇ ਲੜਾਈ ਕਰਨ ਨੂੰ? ਨਹੀਂ। ਮੇਰੀ ਇੱਕੋ ਹੀ ਬੇਨਤੀ ਹੈ ਕਿ ਆਓ ਸਾਰੇ ਰਲ ਕੇ ਆਪਣੇ ਆਪਣੇ ਬੱਚਿਆਂ ਨੂੰ ਕਿਸੇ 'ਤੇ ਜ਼ਿੰਮੇਵਾਰੀ ਨਾ ਸੁੱਟੋ, ਨਾ ਕਿਸੇ ਕਮੇਟੀ 'ਤੇ, ਨਾ ਸਕੂਲ 'ਤੇ, ਨਾ ਪੰਜਾਬੀ ਸਕੂਲ 'ਤੇ। ਜੇ ਸਿਰਫ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਘਰ ਤੋਂ ਸਿੱਖਿਆ ਦੇਣੀ ਸ਼ੁਰੂ ਕਰੀਏ ਤਾਂ ਅਸੀਂ ਬਹੁਤ ਛੇਤੀ ਕਾਮਯਾਬ ਹੋ ਸਕਾਂਗੇ। ਉਹਨਾਂ ਨੂੰ ਸਾਡੇ ਸ਼ਹੀਦਾਂ ਬਾਰੇ ਸਾਡੇ ਬੱਚਿਆਂ ਨੂੰ ਕਿੰਨਾ ਕੁ ਪਤਾ ਹੈ? 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਕਾਂਡ ਵਾਪਰਦਾ। 10 ਅਪ੍ਰੈਲ 1918 ਨੂੰ ਉੱਥੋਂ ਦੀ ਜਿਹੜੀ ਹਕੂਮਤ ਆ ਉਹ ਲਾਅ ਪਾਸ ਕਰਦੀ ਹੈ ਵੀ ਕੋਈ ਇਕੱਠਾ ਨਹੀਂ ਹੋ ਸਕਦਾ, ਕੋਈ ਬੋਲ ਨਹੀਂ ਹੋ ਸਕਦਾ। ਉਸ ਦੇ ਤਹਿਤ ਉਸ ਵੇਲੇ ਦੇ ਸੈਫੁਦੀਨ ਖਾਨ ਅਤੇ ਡਾਕਟਰ ਸਤਪਾਲ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ, ਜਿਹੜੇ ਉਸ ਵੇਲੇ ਦੇ ਆਜ਼ਾਦੀ ਘੁਲਾਟੀਏ ਸੀ। ਅਤੇ ਉਹਨਾਂ ਤੋਂ ਬਾਅਦ ਉੱਥੇ ਰੋਸ ਪ੍ਰਦਰਸ਼ਨ ਕਰਨ ਲਈ ਆਮ ਜਨਤਾ ਜਿਹੜੀ ਆ ਜਲਿਆਂਵਾਲੇ ਬਾਗ ਦੇ ਵਿੱਚ ਇਕੱਠੀ ਹੋ ਜਾਂਦੀ ਆ। ਉੱਥੇ ਇਹ ਮੁੰਡਾ ਜਿਹੜਾ 19 ਸਾਲ ਦਾ 20 ਸਾਲ ਦਾ ਇਹ ਉੱਥੇ ਸੇਵਾ ਕਰ ਰਿਹਾ ਪਾਣੀ ਦੀ, ਅਤੇ ਇਹਨੇ ਉਹ ਸਾਰਾ ਜਿਹੜਾ ਕਾਂਡ ਵਾਪਰਿਆ ਉਹ ਆਪਣੇ ਅੱਖੀਂ ਦੇਖਿਆ। ਅੱਖਾਂ ਦੇਖਣ ਤੋਂ ਬਾਅਦ ਇਸ ਨੇ ਉਸ ਟਾਈਮ ਪਰਨ ਕਰ ਲਿਆ ਵੀ ਜਿਹੜਾ ਵੀ ਬੰਦਾ ਇਸ ਦਾ ਜ਼ਿੰਮੇਵਾਰ ਆ ਅਡਵਾਇਰ, ਉਸ ਤੋਂ ਮੈਂ ਬਦਲਾ ਜ਼ਰੂਰ ਲੈਣਾ। ਉਸ ਤੋਂ ਬਾਅਦ ਇਹ ਕਸ਼ਮੀਰ ਦੇ ਵਿੱਚ ਚਲਿਆ ਜਾਂਦਾ। ਕਸ਼ਮੀਰ ਤੋਂ ਬਾਅਦ ਲੇਬਰ ਕਰਨ ਲਈ ਅਫਰੀਕਾ ਦੇ ਵਿੱਚ ਆ ਜਾਂਦਾ। ਅਫਰੀਕਾ ਦੇ ਵਿੱਚੋਂ ਇੱਕ ਬੰਦੇ ਦੀ ਡਿਟਰਮੀਨੇਸ਼ਨ, ਦ੍ਰਿੜਤਾ ਦੇਖੋ ਤੁਸੀਂ, ਉਹ ਉੱਥੋਂ ਸ਼ਿਪ ਫੜ ਕੇ ਅਮਰੀਕਾ ਦੇ ਵਿੱਚ ਆਉਂਦਾ। ਅਮਰੀਕਾ ਦੇ ਵਿੱਚ ਆ ਕੇ ਗਦਰੀ ਬਾਬਿਆਂ ਦੇ ਬਾਨੀ ਲਾਲਾ ਹਰਦਿਆਲ ਨੂੰ ਮਿਲਦਾ। ਉੱਥੇ ਮਿਲ ਕੇ ਉਹਨਾਂ ਦੇ ਨਾਲ ਲਾਲਾ ਜੀ ਉਹਨਾਂ ਦੀ ਡਿਊਟੀ ਲਾਉਂਦੇ ਆ ਵੀ ਤੁਸੀਂ ਲੋਕਾਂ ਨੂੰ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਵੱਖ-ਵੱਖ ਤਾਈਂ ਮੀਟਿੰਗਾਂ ਕਰਕੇ ਉਹਨਾਂ ਨੂੰ ਤਿਆਰ ਕਰੋ। ਉਹ ਥਾਈਂ ਜਾਂਦੇ ਆ ਅਤੇ ਉਦੋਂ ਬਾਅਦ ਉਹਨਾਂ ਨੂੰ ਲਾਲਾ ਹਰਦਿਆਲ ਜੀ ਲੰਡਨ ਭੇਜਦੇ ਆ। ਗੁਰਦੁਆਰੇ ਦੇ ਵਿੱਚ ਟਿਕਾਣਾ ਬਣਾਇਆ ਅਤੇ ਕਿਵੇਂ ਨਾ ਕਿਵੇਂ ਅਡਵਾਇਰ ਦੇ ਡਰਾਈਵਰ ਲੱਗ ਗਏ। ਅਤੇ ਉਸ ਤੋਂ ਬਾਅਦ ਅੱਜ ਦੇ ਦਿਨ 31 ਜੁਲਾਈ 1940 ਨੂੰ ਉਸ ਦਾ
बड़े मौके मिले उन्होंने मारते, पर इन्होंने कहा भी उत्थे मारना जिथे सारी दुनिया सारी पब्लिक देखे। तो इन्होंने उत्थे जाकर उन्होंने गोलियां मारियां जो आपकी खुशी मना रहा सी ते असैंबली नूं एड्रैस कर रहा सी। ते अज असीं उस शहीद की बात इत्थे बरसी मनाउण लई इकट्ठे होए हां। जद मर्जी पढ़ के देख लियो साडी धौण दे खुद तलवारां नूं, असीं अणखी शेर पंजाबी हाँ, सिर धरती बाजी लाउंदे हाँ, असीं एक एक करके कढांगे पंजाब विचों गदारां नूं। असीं अणखी शेर पंजाबी हाँ, सिर धरती बाजी लाउंदे हाँ, असीं एक एक करके कढांगे पंजाब चों गदारां नूं जो साडी खातर मर मिट गए। किद्दां असीं भुला दईए, असीं अज भी सजदा करते हैं शहीदां दे परिवारां नूं, असीं अज भी सजदा करते हैं शहीदां दे परिवारां नूं। गल हो रही है इहो जे महान शहीद दी जिहने 20 साल की उम्र में जलियांवाले बाग में डुੱਲੇ खून का मत्थे ते तिलक लाया ते कसम खाधी कि मैं इस गल का बदला लेना। और 20 साल वो अपने अरमानां जज्बातां नाल अपनियां खुशियां नाल उस खून नूं उस तिलक नूं गूढ़ा करता रहा ताकि किते मैनूं चेता ना भुल जाए। असीं सारे इत्थे कंमां कारां लई आए हैं, गदरी बाबे भी इसे सुधार में आए सी, इत्थे आके असीं अपने अपने ऐशो आराम में पै गए हैं। पर अज जिहड़ी असीं मंग सरकारां तों करदे हां, सरकारां दी कोई गलती नहीं, गलती साडी अपनी आ। सरकारां असीं बनाईआं, सरकारां दे भी जिहड़े लीडर आ चंगे लीडर लिआउणे चाहीदे आ। हुण जिहड़ी नवीं सरकार आई है मैं उन्होंने नहीं हजे गिणदा क्योंकि उन्होंने आया नूं 4-5 महीने होए आ, पर पुराणियां सरकारां दी गल करना असीं हज़ार रुपये बदले अपने भरावां नाल बगाड़ी ਜ਼ਮੀਨਾਂ ਲੈ ਕੇ ਅਸੀਂ ਪਿੰਡ ਦੇ ਜਗੀਰਦਾਰਾਂ ਨੂੰ ਸਰਮਾਏਦਾਰਾਂ ਨੂੰ ਦਿੱਤੀਆਂ ਤੇ ਅਸੀਂ ਆਪਣਾ ਭਾਈਚਾਰਾ ਖਰਾਬ ਕੀਤਾ। ਤੇ ਅਸੀਂ ਸ਼ਹੀਦਾਂ ਦਾ ਸਨਮਾਨ ਸ਼ਹੀਦਾਂ ਦੀ ਯਾਦ ਵਿੱਚ ਜੇ ਅਸੀਂ ਇਕੱਠੇ ਹੁੰਦੇ ਹਾਂ ਤਾਂ ਸਾਨੂੰ ਇਹ ਸੋਚ ਵੀ ਰੱਖਣੀ ਚਾਹੀਦੀ ਅਸੀਂ ਕਰਦੇ ਕੀ ਹਾਂ। ਸਾਡਾ ਅਖਲਾਕ ਨਹੀਂ ਹੈਗਾ ਕਿ ਅਸੀਂ ਸ਼ਹੀਦਾਂ ਦਾ ਨਾਮ ਵੀ ਲਈਏ, ਉਹਨਾਂ ਦਾ ਅਸੀਂ ਜਨਮ ਦਿਨ ਜਾਂ ਉਹਨਾਂ ਦਾ ਸ਼ਹੀਦੀ ਦਿਨ ਮਨਾਈਏ, ਅਸੀਂ ਇਹਨੇ ਜੋ ਕਿ ਹੈ ਨਹੀਂ ਗੇ, ਕਿਉਂਕਿ ਅਸੀਂ ਬਹੁਤ ਪਕਾਊ ਹੋਏ ਹਾਂ ਸਾਰੇ। ਮੈਂ ਕਿਸੇ ਨੂੰ ਕਹਿੰਦਾ ਅਸੀਂ ਬੇਈਮਾਨ ਪਕਾਊ ਜੋ ਮਰਜ਼ੀ ਲਾ ਲਓ ਪੰਜਾਬੀਆਂ ਨਾਲ ਅੱਜ ਲੱਗਦਾ। कभी अणखी शेर होंगे योधे होंगे सी, पर मैं बहुता समा नहीं लेना। मैं सिर्फ एक कविता तुहाडे नाल साझी करनी आ। कविता का संदेश हैगा शहीदां दा सुनेहा, क्योंकि मेरी उम्र 60 साल की हो गई आ। साडे बाबिਆਂ ने गदरी बाबे बवरां दे विच जेलां कट्टियां, साडे चाचे ताए साडे प्यो वो देखते रह गए आज़ादी की सी, सामभी गए सी, असीं सामभी सी। ਜਿਹੜੇ ਬੰਦੇ ਪੰਜਾਬ ਤੋਂ ਬਾਅਦ ਜੰਮੇ ਆ ਉਹ ਪੰਜਾਬ ਦੇ ਹਾਲਾਤਾਂ ਦੇ ਅੱਜ ਪੂਰੇ ਜ਼ਿੰਮੇਵਾਰ ਆ ਜੋ ਕਿ ਪੰਜਾਬ ਦੇ ਹਾਲਾਤ ਹੋਏ ਆ। ਜੇ ਕੋਈ ਝੂਠ ਆ ਮੈਨੂੰ ਦੱਸ ਦਿਓ। ਸ਼ਹੀਦਾਂ ਦਾ ਸੁਨੇਹਾ ਕਵਿਤਾ ਸਾਂਝੀ ਕਰਦਾ। ਇਹ ਨਾ ਹੋਵੇ ਕਿ ਸਾਡੇ ਮੋੜੇ ਆਉਣ ਤੱਕ ਬਹੁਤ ਹੀ ਦੇਰ ਹੋ ਗਈ ਹੋਵੇ, ਇਹ ਨਾ ਹੋਵੇ ਕਿ ਸਾਡੇ ਮੋੜੇ ਆਉਣ ਤੱਕ ਬਹੁਤ ਹੀ ਦੇਰ ਹੋ ਗਈ ਹੋਵੇ, ਇਹ ਜੋ ਰੋਸ਼ਨ ਚਿਰਾਗ ਬਸਦੀ ਹੈ ਸਦਾ ਲਈ ਹਨੇਰ ਹੋ ਗਈ ਹੋਵੇ। ਸਾਡੀ ਮੌਤ ਦਾ ਸੋਗ ਮਨਾਉਣ ਵਾਲਿਓ ਗਮ ਦੇ ਹਨੇਰੇ ਵਿੱਚ ਡੁੱਬ ਨਾ ਜਾਣਾ, ਇਹ ਨਾ ਹੋਵੇ ਕਿ ਦਹਿਸ਼ਤਗਰਦੀ ਦੀ ਇੱਕ ਹੋਰ ਸਵੇਰ ਹੋ ਗਈ ਹੋਵੇ। ਸਿੱਖ ਲਵੋ ਸੂਰਜ ਦੇ ਉਦੇ ਹੋਣ ਤੋਂ ਤੇ ਸਾਗਰਾਂ ਦੀਆਂ ਗਹਿਰਾਈਆਂ ਤੋਂ, ਸਿੱਖ ਲਵੋ ਸੂਰਜ ਦੇ ਉਦੇ ਹੋਣ ਤੋਂ ਤੇ ਸਾਗਰਾਂ ਦੀਆਂ ਗਹਿਰਾਈਆਂ ਤੋਂ, ਇਹ ਨਾ ਹੋਵੇ ਤੁਹਾਡੇ ਇਕੱਠੇ ਹੋਣ ਤੱਕ ਇਨਕਲਾਬੀ ਸੋਚ ਘੇਰ ਹੋ ਗਈ ਹੋਵੇ, ਇਹ ਨਾ ਹੋਵੇ ਤੁਹਾਡੇ ਇਕੱਠੇ ਹੋਣ ਤੱਕ ਇਨਕਲਾਬੀ ਸੋਚ ਘੇਰ ਹੋ ਗਈ ਹੋਵੇ। ਬੜੇ ਲੰਬੇ ਸੰਘਰਸ਼ ਮਗਰੋਂ ਅਸੀਂ ਆਜ਼ਾਦੀ ਲਈ ਸੂਲੀਆਂ ਦੇ ਚੜ੍ਹੇ ਹਾਂ, ਇਹ ਨਾ ਹੋਵੇ ਸਾਡੀ ਸ਼ਹਾਦਤ ਸਿਰ ਮਿੱਟੀ ਦਾ ਢੇਰ ਹੋ ਗਈ ਹੋਵੇ, ਇਹ ਨਾ ਹੋਵੇ ਸਾਡੀ ਸ਼ਹਾਦਤ ਸਿਰ ਮਿੱਟੀ ਦਾ ਢੇਰ ਹੋ ਗਈ ਹੋਵੇ। ਡਰ ਦੇ ਮਾਰੇ ਦਿਲਾਂ ਭੁੱਲ ਹੀ ਨਾ ਜਾਣਾ ਸਾਨੂੰ ਸ਼ਹੀਦਾਂ ਨੂੰ ਤੇ ਡੁੱਲੇ ਖੂਨ ਨੂੰ, ਡਰ ਦੇ ਮਾਰੇ ਦਿਲਾਂ ਭੁੱਲ ਹੀ ਨਾ ਜਾਣਾ ਸਾਨੂੰ ਸ਼ਹੀਦਾਂ ਨੂੰ ਤੇ ਡੁੱਲੇ ਖੂਨ ਨੂੰ। ਇਹ ਨਾ ਹੋਵੇ ਕਿ ਨਵੀਆਂ ਪੀੜ੍ਹੀਆਂ ਤੋਂ ਫਿਰ ਆਜ਼ਾਦੀ ਦੀ ਜੰਗ ਛੇੜ ਹੋ ਗਈ ਹੋਵੇ, ਇਹ ਨਾ ਹੋਵੇ ਕਿ ਨਵੀਆਂ ਪੀੜ੍ਹੀਆਂ ਤੋਂ ਫਿਰ ਆਜ਼ਾਦੀ ਦੀ ਜੰਗ ਛੇੜ ਹੋ ਗਈ ਹੋਵੇ। ਤੇ ਨਵੀਆਂ ਪੀੜ੍ਹੀਆਂ ਨੇ ਆਜ਼ਾਦੀ ਦੀ ਜੰਗ ਛੇੜੀ ਆ ਔਰ ਆਪਾਂ ਦੇਖਿਆ ਵੀ ਆ ਔਰ ਫਿਰ ਵੀ ਛੇੜਨਗੇ। ਜਿਹੜੇ ਦੇਸ਼ ਦੇ ਸ਼ਹੀਦ ਹੁੰਦੇ ਆ ਉਹ ਕੋਕਨਸ ਬਾਗ ਹੁੰਦੇ ਆ, ਜਿਹਨੂੰ ਇੰਗਲਿਸ਼ ਫੀਨੈਸ ਕਹਿੰਦੇ ਆ। ਕਹਿੰਦੇ ਕੋਕਨਸ ਪੰਛੀ ਆ ਅੰਬਰ ਦੇ ਵਿੱਚ ਉੱਡਦਾ ਸੂਰਜ ਵੱਲ ਨੂੰ, ਜਾਂਦਾ ਜਾਂਦਾ ਆਪਣੇ ਆਪ ਰਾਖ ਹੋ ਜਾਂਦਾ। ਜਦੋਂ ਉਹਦੀ ਰਾਖ ਧਰਤੀ ਤੇ ਕਦੀ ਨਹੀਂ ਪਹੁੰਚਦੀ ਉਹਦੇ ਵਿੱਚੋਂ ਫਿਰ ਇੱਕ ਨਵਾਂ ਪੰਛੀ ਉੱਡਦਾ। ਕਿ ਸਾਡੇ ਸ਼ਹੀਦ ਜਿਹੜੇ ਕੋਕਨਸ ਆ ਜਿਨ੍ਹਾਂ ਦੇ ਵਿੱਚੋਂ ਹੋਰ ਸ਼ਹੀਦ ਜਨਮ ਲੈਂਦੇ ਰਹਿਣਗੇ ਤੇ ਹਮੇਸ਼ਾ ਹੀ ਜ਼ੁਲਮ ਨਾਲ ਜ਼ਾਲਮ ਨਾਲ ਟੱਕਰ ਲੈਂਦੇ ਰਹਿਣਗੇ। ਥੈਂਕ ਯੂ, ਸ਼ੁਕਰੀਆ।
ਫਾਊਂਡੇਸ਼ਨ ਦੇ ਪ੍ਰਧਾਨ ਗੁਲਿੰਦਰ ਗਿੱਲ ਨੇ ਐਸੋਸੀਏਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਐਸੋਸੀਏਸ਼ਨ ਕਦੋਂ ਅਤੇ ਕਿਵੇਂ ਹੋਂਦ ਵਿੱਚ ਆਈ ਅਤੇ ਅੱਜ ਤੱਕ ਇਸ ਐਸੋਸੀਏਸ਼ਨ ਨੇ ਕਿਹੜੇ-ਕਿਹੜੇ ਕੰਮ ਕੀਤੇ ਨੇ। ਸਾਡਾ ਕਿਤੇ ਮਿਲਾਪ ਹੋਇਆ, ਇਹਨਾਂ ਨੂੰ ਪਤਾ ਲੱਗਾ ਵੀ ਇਹ ਵੀ ਮੁੰਡਾ ਕੁਛ ਮਾੜਾ ਮੋਟਾ ਗਦਰੀਆਂ ਬਾਰੇ ਇੰਟਰਸਟ ਰੱਖਦਾ, ਤੇ ਇਹਨਾਂ ਨੇ ਆ ਕੇ ਕਿਹਾ ਮੈਨੂੰ, ਕਹਿੰਦੇ ਇੱਕ ਗਦਰੀ ਬਾਬੇ ਦੀ ਸਮਾਧ ਹੈਗੀ, ਆਪਾਂ ਲੱਭਣੀ ਹੈਗੀ ਮੈਰਿਜਵਲ ਦੇ ਤੇ ਸਨ ਫਰਾਂਸਿਸ ਦੇ ਵਿਚਕਾਰ। ਜਗ੍ਹਾ ਬੜੀ ਵੱਡੀ ਸੀ, ਮੇਰਾ ਥੋੜ੍ਹਾ ਇੰਟਰਸਟ ਇੰਨਾ ਨਹੀਂ ਸੀ, ਮੈਂ ਇੰਨੀ ਜਗ੍ਹਾ ਵੱਡੀ ਜਗ੍ਹਾ ਤੁਰ ਫਿਰ ਕੇ ਦੇਖਾਂ, ਪਰ ਇਹਨਾਂ ਨੇ 5 ਮਹੀਨੇ ਵਿੱਚ ਲੱਭ ਲਈ। ਇੱਥੇ ਆਪਣੇ ਗਦਰੀ ਮੁਹੰਮਦ ਬਰਕਤੁੱਲਾ ਦੀ ਸਮਾਧ ਸੈਕਰਾਮੈਂਟੋ ਬਰਾਡਵੇ ਸੈਮੇਟਰੀ ਦੇ ਵਿੱਚ ਹੈ, ਜਿਹੜੇ ਕਿ ਪਹਿਲੇ ਆਰਜੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣੇ ਸੀ। ਉਹਨਾਂ ਨੇ 2500 ਮੁੰਡਾ ਭਰਤੀ ਕਰਕੇ ਆਰਜੀ ਸਰਕਾਰ ਬਣਾ ਕੇ ਅਫਗਾਨਿਸਤਾਨ ਤੋਂ ਲੜਾਈ ਸ਼ੁਰੂ ਕਰੀ ਸੀ। ਫਿਰ ਅਫਗਾਨਿਸਤਾਨ ਦਾ ਰਾਜਾ ਗੋਰੇ ਨਾਲ ਰਲ ਗਿਆ, ਤੇ ਫਿਰ ਉਹ ਬਹੁਤੇ ਮਾਰੇ ਗਏ, ਪਰ ਇਹ ਭੱਜ ਕੇ ਵਾਪਸ ਆ ਗਏ, ਤੇ ਵਾਪਸ ਆ ਕੇ ਉਹਨਾਂ ਦੀ ਆਪਣੀ ਨਾਲ ਪੰਜਾਬੀ ਸਿੱਖ ਵੀ ਬਹੁਤ ਜ਼ਿਆਦਾ ਸੀ, ਪਰ ਕਿਉਂ ਸਿੱਖਾਂ ਨੂੰ ਆਪਣਾ ਕ੍ਰੀਮੇਟ ਕਰ ਦਿੰਦੇ ਆ, ਉਹਨਾਂ ਦੀ ਕਿਤੇ ਯਾਦ ਨਹੀਂ ਲੱਭਦੀ। ਪਰ ਸੈਕਰਮੈਂਟ ਉਸ ਤੋਂ ਬਾਅਦ ਬਾਬਾ ਜੀ ਨੇ ਜਿਹੜਾ ਸਭ ਤੋਂ ਵੱਡਾ ਕੰਮ ਕਰਿਆ ਕਿ ਇਹ ਕਹਿੰਦੇ ਕਿ ਇੱਥੇ ਹੋਲਟਵੈਲ ਫਾਰਮ, ਸਾਨੂੰ ਹੋਲਟਵੈਲ ਫਾਰਮ ਨਹੀਂ ਲੱਭਦਾ ਸੀ, ਕਿ ਜਿਹੜਾ ਕਿ ਬਾਬਾ ਵਿਸਾਖਾ ਸਿੰਘ ਨੇ ਆਪਣੀ ਪੋਇਟਰੀ ਵਿੱਚ ਲਿਖਿਆ ਵੀ ਹੋਲਟ ਦੇ ਵਿੱਚ ਸਾਰੀ ਗਦਰ ਪਾਰਟੀ ਦੀ ਸਥਾਪਨਾ ਹੋਈ ਹੈ। ਫਿਰ ਫਿਰਦੇ ਤੁਰਦੇ ਇੱਕ ਅਸੀਂ ਕੁਲਦੀਪ ਨਈਅਰ ਸਾਹਿਬ ਆਏ ਹੋਏ ਸੀ, ਉਹਨਾਂ ਨੂੰ ਇੱਕ ਹੋਲਟ ਟਾਊਨ ਲੈ ਗਏ। ਉੱਥੇ ਟਾਊਨ ਨਹੀਂ ਹੈਗਾ, ਟਾਊਨ ਚਲਿਆ ਗਿਆ, ਸਿਰਫ ਤੇ ਸਿਰਫ ਉੱਥੇ ਇੱਕ ਪੋਸਟ ਆਫਿਸ ਹੈ। ਪੋਸਟ ਆਫਿਸ ਦੇ ਵਿੱਚ ਇੱਕ ਲੇਡੀ ਅੰਦਰ ਖੜੀ ਸੀ, ਉਹਨੇ ਦੇਖਿਆ ਵੀ ਇਹ ਬੰਦੇ ਜਿਹੜੇ ਖੜੇ ਆ, ਵੀ ਕਹਿੰਦੀ ਸਾਡੇ ਕੋਲ ਇੱਕ ਰਜਿਸਟਰ ਪਿਆ, ਤੁਹਾਡੇ ਬੰਦਿਆਂ ਦੇ ਨਾਂ ਆ। ਉਹ 1901 ਤੋਂ ਲੈ ਕੇ 1914 ਤੱਕ ਗਦਰੀ ਬਾਬਿਆਂ ਦੇ ਸਾਰਿਆਂ ਦੇ ਕਿੱਥੋਂ ਪੈਸਾ ਕਿੱਥੇ ਨੂੰ ਭੇਜਦੇ ਸੀ, ਮਨੀ ਆਰਡਰ ਦੀ ਲਿਸਟ ਸੀ, ਜਿਹਦੇ ਵਿੱਚ ਸੋਹਣ ਸਿੰਘ ਭਕਨਾ ਦਾ ਕੈਂਸਲ ਮਨੀ ਆਰਡਰ ਵੀ ਲੱਭਿਆ। ਤੇ ਉਸ ਤੋਂ ਹਿਸਟਰੀ ਚੱਲਦੀ ਤੇ ਫਿਰ ਹੁਣ ਆਪਾਂ ਇੱਥੇ ਪਹੁੰਚੇ ਹਾਂ ਕਿ ਆਪਾਂ ਗਦਰੀ ਬਾਬਾ ਨੂੰ ਯਾਦ ਕਰ ਰਹੇ। ਇਹਨੂੰ ਕਿਉਂ ਯਾਦ ਕਰ ਰਹੇ? ਕਿ ਆਪਾਂ ਇਹ ਬਿਲਕੁਲ ਸੈਕਰਾਮੈਂਟੋ ਕਿ ਇੰਡੀਆ ਵਿੱਚ ਗਦਰੀ ਬਾਬਿਆਂ ਨੂੰ ਸੰਨ 2000 ਤੋਂ ਪਹਿਲਾਂ ਸਾਰੀ ਦੁਨੀਆ ਭੁੱਲ ਚੁੱਕੀ ਸੀ, ਨਾ ਇਹਨਾਂ ਦੀ ਕੋਈ ਮੈਮਰੀ ਲੱਭਦੀ ਸੀ, ਨਾ ਕੋਈ ਸੋਚ ਲੱਭਦਾ ਸੀ। ਫਿਰ ਆਪਾਂ ਇੱਥੇ ਰਲ ਕੇ ਲੋਕ ਸਾਰੇ ਸਾਡੀ ਕਮੇਟੀ ਨਾਲ ਅਸੀਂ ਪ੍ਰੋਗਰਾਮ ਕਰਨੇ ਸ਼ੁਰੂ ਕਰੇ, ਹੌਲੀ ਹੌਲੀ ਇੰਟਰਸਟ ਵਧਦਾ ਗਿਆ। ਅੱਜ ਦੇਖੋ ਆਪਣਾ ਕਿੰਨਾ ਵੱਡਾ ਮੇਲਾ ਲੱਗਿਆ। ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ। ਸਟੇਜ ਸੰਚਾਲਨ ਜਨਕ ਰਾਜ ਸਿਧਰਾ ਅਤੇ ਗੁਰਜਿਤਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਨਿਭਾਇਆ। ਇਸ ਮੌਕੇ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾਵਾਂ ਵੀ ਗਾਈਆਂ ਗਈਆਂ। ਸੋਹਣੇ ਚੀਰੇ ਦੇ ਛੱਡੋ ਪਰੇ ਕਮਾਂ ਦੀਆਂ ਗੱਲਾਂ, ਸਗਨ ਮਨਾਈਏ ਪੀਰੇ ਦੇ। ਜਗਾ ਤੇਲ ਦੀ ਦੀਪ ਜਿਸ ਨੇ ਆਪਣੀ ਰਤ ਨਿਚੋੜੀ ਨੀ, ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ, ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ। ਉਹ ਬਿੱਛੂ ਬਣੇ ਗੜੋਟੇ ਲੱਗਣ, ਪੂਣੀਆਂ ਕਾਲੀਆਂ ਨਾਗਣੀਆਂ, ਚੀਕਣ ਫੱਟ ਗੁੱਜ ਕਰ ਲਾਵੇ, ਗੁੱਡੀਆਂ ਰੋਣ ਭਾਗਣੀਆਂ। ਨੂੰ ਨਾ ਕਰਦਾ ਹੈ ਜਿੱਤ ਚੰਦਰਾ ਕੋੜੀ ਨੀ, ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ, ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ। ਉਹ ਇੱਕ ਮਾਤਾ ਦੇ ਪੇਟ ਪਵਿੱਤਰ ਚੋਣੀ ਮੁੜ ਮੁੜ ਜੰਮੀ ਦਾ, ਜਾ ਸਹੁਰਿਆਂ ਦਾ ਵਾਸੀ ਹੋਇਆ ਜਾ ਮੇਰੀ ਅੰਮੀ ਦਾ। ਸਵਾਰ ਨੇ ਬੰਦਨਾ ਬੱਲੇ ਬਾਗ ਕਰੇ ਨਾ ਮੋੜੀ ਨੀ, ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ। ਜਦੋਂ ਗਦਰੀ ਬਾਬਿਆਂ ਦਾ ਨਾਮ ਲਈਦਾ ਤਾਂ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਇਹਨਾਂ ਦਾ ਸਭ ਤੋਂ ਪਹਿਲੇ ਨਾਮ ਯਾਦ ਆਉਂਦਾ। ਤੇ ਲੋ ਮੈਂ ਇੱਕ ਗੀਤ ਪੇਸ਼ ਕਰ ਰਹੀ ਹਾਂ। ਇਤਿਹਾਸ ਦੱਸਦਾ ਹੈ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਲੱਗਣ ਲੱਗੀ ਸੀ ਤੇ ਉਹਦੀ ਮਾਂ ਉਹਨੂੰ ਮਿਲਣ ਆਈ ਸੀ, ਤੇ ਭਗਤ ਸਿੰਘ ਨੇ ਇਹ 2 ਲਾਈਨਾਂ ਆਪਣੀ ਮਾਂ ਨੂੰ ਕਹੀਆਂ ਸੀ। भगत सिंह की माँ
जो धर्म मिट गए ने, जो देश मिट गए ने, गुमनाम शहीदां नूं लख वार मैं करदा हां। प्रणाम शहीदां नूं, प्रणाम, प्रणाम, प्रणाम शहीदां नूं।
ਮੈਨੂੰ ਜਾਨ ਤੋਂ ਪਿਆਰੀ ਭਾਵੇਂ ਹੋ ਜੇ ਬਰਬਾਦੀ ਮੈਨੂੰ ਦੇ ਦੇਵੋ ਫਾਂਸੀ ਮੇਰੇ ਦੇਸ਼ ਨੂੰ ਆਜ਼ਾਦੀ ਹਥਿਆਰਾਂ ਨਾਲ ਡਰਾਉਂਦੇ ਹਾਕਮਾਂ ਤੋਂ ਨਾ ਡਰਾਂ ਜੀਵੇ ਦੇਸ਼ ਜੀਵੇ ਦੇਸ਼ ਜੀਵੇ ਦੇਸ਼ ਮੈਂ ਮਰਾਂ ਜੀਵੇ ਦੇਸ਼ ਜੀਵੇ ਦੇਸ਼ ਜੀਵੇ ਦੇਸ਼ ਮੈਂ ਮਰਾਂ ਕਰਤੂਤਾਂ ਕਾਲੀਆਂ ਨੂੰ ਛੱਡੂ ਕਰਕੇ ਮੈਂ ਨੰਗਾ ਮੈਨੂੰ ਸਿਰ ਦਾ ਨਹੀਂ ਡਰ ਰਵੇ ਝੂਲਦਾ ਤਰੰਗਾ ਮੈਂ ਤਸੀਹੇ ਜਰਮਾਨੇ ਜਿਹੜੇ ਮਰਜੀ ਪਰਾਂ ਜੀਵੇ ਦੇਸ਼ ਜੀਵੇ ਦੇਸ਼ ਜੀਵੇ ਦੇਸ਼ ਮੈਂ ਮਰਾਂ ਇਨ੍ਹਾਂ ਜ਼ੁਲਮਾਂ ਹੀ ਕੀਤਾ ਮੇਰੇ ਹੌਸਲੇ ਨੂੰ ਦੂਣਾ ਅੰਮੀ ਬਾਪੂ ਦੇ ਨਾ ਹੰਝੂ ਮੈਨੂੰ ਮਾਰਦੇ ਹਲੂਣਾ ਮੈਨੂੰ ਗੁਰੂ ਨੇ ਸਿਖਾਇਆ ਮੁੱਕੀ ਸੂਰਮੇ ਤਰ੍ਹਾਂ ਜੀਵੇ ਦੇਸ਼ ਜੀਵੇ ਦੇਸ਼ ਜੀਵੇ ਦੇਸ਼ ਮੈਂ ਮਰਾਂ ਨਸਲਾਂ ਤੋਂ ਨਾ ਆਜ਼ਾਦੀ ਅਸੀਂ ਜ਼ੁਲਮਾਂ ਤੋਂ ਮੰਗੀ ਮਿੱਟੀ ਵਤਨਾਂ ਦੀ ਜਾਵੇ ਭਾਵੇਂ ਨਾਲ ਖੂਨ ਰੰਗੀ ਮੇਰੇ ਆਉਣ ਵਾਲਿਆਂ ਨੂੰ ਮਿਲ ਜਾਣ ਜੇ ਕਰਾਂ ਜੀਵੇ ਦੇਸ਼ ਜੀਵੇ ਦੇਸ਼ ਜੀਵੇ ਦੇਸ਼ ਮੈਂ ਮਰਾਂ ਤੋੜ ਬੇੜੀਆਂ ਗੁਲਾਮੀ ਦੀਆਂ ਜੇ ਨਾ ਛਡਵਾਉਂਦੇ ਅੱਜ ਖੜ ਕੇ ਆਜ਼ਾਦ ਕਿੱਦਾਂ ਰੱਤੂ ਅਸੀਂ ਗਾਉਂਦੇ ਨੀਵੇਂ ਕੁਰਬਾਨੀਆਂ ਨੂੰ ਸਿਰ ਤਾਂ ਹੀ ਤਾਂ ਕਰਾਂ ਜੀਵੇ ਦੇਸ਼ ਜੀਵੇ ਦੇ ਜੀਵੇ ਦੇਸ਼ ਮੈਂ ਮਰਾਂ ਜੀਵੇ ਦੇਸ਼ ਜੀਵੇ ਦੇਸ਼ ਜੀਵੇ ਦੇਸ਼ ਮੈਂ ਮਰਾਂ। ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਨੇ ਦਿਨ ਰਾਤ ਇੱਕ ਕਰਕੇ ਇਸ ਸਮਾਗਮ ਨੂੰ ਕਾਮਯਾਬ ਕੀਤਾ।